ਗੁਰਮਤ ਐਜੂਕੇਸ਼ਨ ਸੁਸਾਇਟੀ ਵੱਲੋਂ ਅੱਜ ਮੈਂ ਗੁਰਜੋਤ ਸਿੰਘ ਤੇ ਮੇਰੇ ਨਾਲ ਵੀਰ ਸਤਵਿੰਦਰ ਸਿੰਘ ਜੀ ਅਸੀਂ ਅੱਜ ਆਪ ਸਾਰੀਆਂ ਸੰਗਤਾਂ ਦੇ ਨਾਲ ਭਾਰਤ ਦੀ ਆਜ਼ਾਦੀ ਅਤੇ ਸਿੱਖ ਮਾਨਸਿਕਤਾ ਟੌਪਿਕ ਦੇ ਉੱਪਰ ਕੁਝ ਵਿਚਾਰ ਜਿਹੜੇ ਨੇ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਭ ਤੋਂ ਪਹਿਲਾਂ ਆਪਾਂ ਗੁਰਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਹੈ। ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਜਿਹੜੀਆਂ ਨੇ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਜਿਵੇਂ ਆਪਾਂ ਸਾਰੇ ਪੜ੍ਹਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮਾਨਸਿਕ ਤੌਰ 'ਤੇ ਆਜ਼ਾਦ ਹੋਣ ਦੀ ਗੱਲ ਕੀਤੀ ਹੈ, ਗੁਰਬਾਣੀ ਦੇ ਵਿੱਚ ਧਾਰਮਿਕ ਤੌਰ 'ਤੇ ਆਜ਼ਾਦੀ ਦੀ ਗੱਲ ਕੀਤੀ ਹੈ, ਸਮਾਜਿਕ ਤੌਰ 'ਤੇ ਗੱਲ ਕੀਤੀ ਹੈ ਔਰ ਮਾਨਸਿਕ ਤੌਰ 'ਤੇ ਆਪਾਂ ਸਾਰੇ ਜਣੇ ਸਮਝਦੇ ਹਾਂ। ਜਿਵੇਂ ਬਾਬਰ ਨੂੰ ਜਾਬਰ ਕਹਿਣਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਸਰ ਇਕਬਾਲ ਨੇ ਬੜੀ ਸੋਹਣੀ ਗੱਲ ਕਹੀ ਹੈ। फिर उठी आखिर सदा तौहीद की पंजाब से, हिंद को मरते कामिल ने जगाया खाब से। तौहीद कहते ने आज़ादी की आवाज़ नूं। गुरु नानक पातशाह महाराज जी के समय भी धार्मिक तौर पर लोग गुलाम सन, समाजिक तौर पर गुलामी सी, आर्थिक तौर पर लोगों को गुमराह किया जाता है, राजनीतिक तौर पर। पर गुरु नानक साहब जी बड़े सुचज्जे ढंग के नाल पूरी मनुखता नूं, पूरे समाज ਨੂੰ, ਸੰਸਾਰ ਦੇ ਲੋਕਾਂ ਨੂੰ ਉਸ ਨਿਰੰਕਾਰ ਦੇ ਨਾਲ ਜਿੱਥੇ ਜੋੜਦੇ ਹਨ, ਉੱਥੇ ਸਾਨੂੰ ਮਾਨਸਿਕ ਤੌਰ ਤੇ ਜਿਹੜੀ ਆਜ਼ਾਦੀ ਹੈ ਉਹਦੇ ਬਾਰੇ ਵੀ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। ਆਓ ਹੁਣ ਆਪਾਂ ਵੀਰ ਜੀ ਹੁਣ ਪਾਸੋਂ ਵੀ ਕੁਝ ਵਿਚਾਰਾਂ ਭਾਰਤ ਦੀ ਆਜ਼ਾਦੀ ਅਤੇ ਸਿੱਖ ਮਾਨਸਿਕਤਾ ਬਾਰੇ ਕੁਝ ਸ਼ਰਵਣ ਕਰਾਂਗੇ। ਜਿਵੇਂ ਕਿ ਵਿਸ਼ਾ ਤੁਹਾਡੇ ਨਾਲ ਸਾਂਝਾ ਕਰ ਹੀ ਦਿੱਤਾ ਹੈ, ਆਜ਼ਾਦੀ। ਇਹ ਸ਼ਬਦ ਬੜਾ ਹੀ ਭਾਵਪੂਰਤ ਹੈ। ਆਪਾਂ ਥੋੜੀ ਜੀ ਗੱਲ ਪਹਿਲਾਂ ਸਿੱਖ ਇਤਿਹਾਸ ਅਤੇ ਗੁਰਬਾਣੀ ਸੰਬੰਧੀ ਕਰਾਂਗੇ। ਉਸ ਤੋਂ ਬਾਅਦ ਜੋ 15 ਅਗਸਤ ਦਾ ਇਹ ਦਿਨ ਮਨਾਇਆ ਜਾ ਰਿਹਾ ਉਹਦੇ ਬਾਰੇ ਵੀ ਸਿੱਖ ਮਤ ਦੇ ਐਂਗਲ ਤੋਂ ਅਸੀਂ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ। ਜਿਵੇਂ ਕਿ ਵੀਰ ਨੇ ਗੱਲ ਸਾਂਝੀ ਕਰ ਦਿੱਤੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਹ ਆਜ਼ਾਦੀ ਦਾ ਇਹ ਕਨਸੈਪਟ ਜੋ ਹੈ ਕਿ ਹਰ ਇੱਕ ਬੰਦਾ ਜੋ ਹੈ ਉਹ ਆਜ਼ਾਦ ਹੋਣਾ ਚਾਹੀਦਾ ਹੈ। ਇਸ ਚੀਜ਼ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਇੱਕ ਗੱਲ ਗੁਰਬਾਣੀ ਵਿੱਚੋਂ ਇਹ ਸਮਝਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਕੁੱਲ ਕਾਇਨਾਤ ਨੂੰ ਇੱਕ ਪਰਮਾਤਮਾ ਦੇ ਹੁਕਮ ਵਿੱਚ ਬੰਨੀ ਹੋਈ ਮੰਨਿਆ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਹੁਕਮੈ ਅੰਦਰ ਸਭ ਕੋ। ਚਾਹੇ ਉੱਥੇ ਕੋਈ ਗੋਰਾ ਹੈ, ਕਾਲਾ ਹੈ, ਉੱਚਾ ਹੈ, ਨੀਵਾਂ ਹੈ, ਵੱਡਾ ਹੈ, ਛੋਟਾ ਹੈ, ਕੁਦਰਤ ਦੀ ਹਰ ਇੱਕ ਚੀਜ਼ ਨੂੰ ਗੁਰੂ ਸਾਹਿਬ ਨੇ ਹੁਕਮ ਵਿੱਚ ਬੱਝੀ ਹੋਈ, ਹੁਕਮ ਦੇ ਅੰਦਰ ਬੰਨੀ ਹੋਈ ਮੰਨਿਆ ਹੈ। ਤੇ ਉਸ ਹੁਕਮ ਦੇ ਵਿੱਚ ਹੀ ਇੱਕ ਆਜ਼ਾਦੀ ਹੈ। ਉਸ ਹੁਕਮ ਦੇ ਅੰਦਰ ਹੀ ਇੱਕ ਆਜ਼ਾਦੀ ਦਾ ਨਿੱਘ ਹੈ ਜਿਹੜਾ ਗੁਰਮਤ ਨੇ ਇਸ ਸੰਸਾਰ ਵਿੱਚ ਜਾਂ ਗੁਰੂ ਸਾਹਿਬ ਜੀ ਇਸ ਸੰਸਾਰ ਵਿੱਚ ਲੈ ਕੇ ਆਏ ਕਿ ਉਸ ਹੁਕਮ ਦੇ ਵਿੱਚ ਇੱਕ ਆਜ਼ਾਦੀ ਦਾ ਨਿੱਘ ਹੈ ਜੋ ਪੂਰੀ ਕੁਦਰਤ ਜਿਹੜੀ ਆ ਉਹ ਮੰਨ ਰਹੀ ਹੈ। ਜਿਹਨੂੰ ਆਪਾਂ ਬੜੇ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਗੁਰਬਾਣੀ ਨੇ 5 ਤੱਤ ਮੰਨੇ ਨੇ। 5 ਤੱਤ ਕੋ ਤਨ ਰਚਿਓ। ਤੇ ਇਹਨਾਂ 5 ਤੱਤਾਂ ਬਾਰੇ ਜਿਵੇਂ ਪਾਣੀ, ਹਵਾ, ਅੱਗ, ਮਿੱਟੀ, ਆਕਾਸ਼ ਇਤਿਆਦਿਕ। ਜੇ ਆਪਾਂ ਆਮ ਕਰਕੇ ਗੱਲ ਕਰੀਏ ਤੇ 5 ਤੱਤ ਜਿਹੜੇ ਨੇ ਇੱਕ ਦੂਜੇ ਦੇ ਵਿਰੋਧੀ ਨੇ, ਇੱਕ ਦੂਜੇ ਦੇ। ਹੁਣ ਜੇ ਅੱਗ ਹੋਵੇਗੀ ਤਾਂ ਪਾਣੀ ਉਹਨੂੰ ਬੁਝਾ ਦੇਗਾ। ਤੋਂ ਪਰ ਹੁਕਮ ਨੇ ਦੋਨਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ। ਸਾਡੇ ਸਰੀਰ ਨੂੰ 5 ਤੱਤ ਲੱਗੇ ਨੇ ਪਰ ਹੁਕਮ ਇਹਨਾਂ 5 ਤੱਤਾਂ ਦੇ ਅੰਦਰ ਇਹਨਾਂ ਦੀ ਜੋ ਆਜ਼ਾਦੀ ਹੈ ਉਹਨੂੰ ਬਰਕਰਾਰ ਰੱਖਦਾ ਹੈ। ਨਾ ਤੇ ਪਾਣੀ ਨੂੰ ਮਰਨ ਦਿੰਦਾ ਹੈ, ਨਾ ਅੱਗ ਨੂੰ ਮਰਨ ਦਿੰਦਾ ਹੈ, ਨਾ ਮਿੱਟੀ ਨੂੰ ਮਰਨ ਦਿੰਦਾ ਹੈ। ਮਤਲਬ
ਪੰਜੇ ਚੀਜ਼ਾਂ ਆਪੋ ਆਪਣੀ ਆਜ਼ਾਦੀ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਚੱਲ ਰਹੀਆਂ ਨੇ। ਮਤਲਬ ਇਹ ਇੱਕ ਗੁਰਬਾਣੀ ਦੀ ਸਭ ਤੋਂ ਸੌਖੀ ਜਿਹੜੀ ਇੱਕ ਉਦਾਹਰਨ ਆ, ਤੇ ਇਸ ਉਦਾਹਰਨ ਤੋਂ ਆਪਾਂ ਸ਼ੁਰੂ ਕਰਕੇ ਕੁੱਲ ਕਾਇਨਾਤ ਵਿੱਚ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਕੁੱਲ ਕਾਇਨਾਤ ਦੇ ਅੰਦਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਹੁਕਮ ਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਆਜ਼ਾਦੀ ਜਿਹਨੂੰ ਗੁਰੂ ਸਾਹਿਬ ਜੀ ਬਾਣੀ ਵਿੱਚ ਲੈ ਕੇ ਆਏ ਤੇ ਹੁਕਮੀ ਬੰਦੇ ਦਾ ਕਨਸੈਪਟ ਲੈ ਕੇ ਆਏ। ਇੱਥੋਂ ਗੱਲ ਸ਼ੁਰੂ ਹੋਈ। ਇਸ ਗੱਲ ਨੂੰ ਸਮਝਦੇ ਹੋਇਆਂ ਧੀਰੇ ਧੀਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੱਲ ਪਹੁੰਚੀ, ਖਾਲਸਾ ਤੱਕ ਗੱਲ ਪਹੁੰਚੀ, ਤਾਂ ਧੀਰੇ ਧੀਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਆਇਆ। ਉਹ ਆਜ਼ਾਦੀ ਦਾ ਇੱਕ ਨਕਸ਼ਾ ਉਹਨਾਂ ਨੇ ਸਾਡੇ ਸਾਹਮਣੇ ਖਾਲਸਾ ਰਾਜ ਜੋ ਪਹਿਲਾਂ ਕਾਇਮ ਕੀਤਾ ਲੈ ਕੇ ਆਏ। ਉਸ ਤੋਂ ਬਾਅਦ ਫਿਰ ਜਦੋਜਹਿਦ ਜਿਹੜੀ ਆ ਉਹ ਸ਼ੁਰੂ ਹੋਈ ਤੇ ਲਗਭਗ ਸਿੱਖ 70-80 ਸਾਲ ਜਦੋਜਹਿਦ ਕਰਦੇ ਰਹੇ ਤੇ ਖਾਲਸਾ ਰਾਜ ਸਥਾਪਿਤ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਤੇ ਇਹਦੇ ਵਿੱਚ ਸਾਨੂੰ ਆਜ਼ਾਦੀ ਕੀ ਹੁੰਦੀ ਹੈ, ਇਹਦੇ ਕਈ ਝਲਕਾਰੇ ਜਿਹੜੇ ਨੇ ਉਹ ਬੜੇ ਸੋਹਣੇ ਤੇ ਸੁੰਦਰ ਜਿਹੜੇ ਨੇ ਉਹ ਮਿਲਦੇ ਨੇ। ਇਸ ਤੋਂ ਬਾਅਦ ਫਿਰ ਅੰਗਰੇਜ਼ ਆ ਜਾਂਦੇ ਹਨ। ਉਹਨਾਂ ਦੇ ਆਉਣ ਤੋਂ ਬਾਅਦ ਫਿਰ ਇੱਕ ਤਰ੍ਹਾਂ ਦੀ ਗੁਲਾਮੀ ਜਿਹੜੀ ਹੈ ਇੱਥੇ ਪੰਜਾਬ ਦੀ ਧਰਤੀ ਤੇ ਜਾਂ ਕੁੱਲ ਭਾਰਤ ਦੀ ਧਰਤੀ ਤੇ ਆ ਜਾਂਦੀ ਹੈ। ਤੇ ਜਦੋਂ ਉਹ ਆ ਜਾਂਦੀ ਹੈ ਤੇ ਸਿੱਖ ਫਿਰ ਉਸ ਜੋ ਗੱਲ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਕਿ ਨਾ ਤੁਸਾਂ ਨੇ ਧਾਰਮਿਕ ਤੌਰ ਤੇ ਕਿਸੇ ਦੇ ਗੁਲਾਮ ਰਹਿਣਾ, ਨਾ ਤੁਸਾਂ ਨੇ ਆਰਥਿਕ ਤੌਰ ਤੇ ਕਿਸੇ ਦੇ ਗੁਲਾਮ ਰਹਿਣਾ, ਨਾ ਤੁਸਾਂ ਨੇ ਰਾਜਨੀਤਿਕ ਤੌਰ ਤੇ ਕਿਸੇ ਦੇ ਗੁਲਾਮ ਰਹਿਣਾ, ਨਾ ਤੁਸਾਂ ਨੇ ਸਮਾਜਿਕ ਤੌਰ ਤੇ ਕਿਸੇ ਦੇ ਗੁਲਾਮ। ਜੇ ਆਪਾਂ ਗੱਲ ਕਰੀਏ ਨਾ ਕਿ ਜਿਹੜਾ ਅਸਲ 'ਚ ਸਿੱਖ ਹੈ, ਜਿਹੜੀ ਸਿੱਖ ਦੀ ਜਿਹੜੀ ਪਰਿਭਾਸ਼ਾ ਹੈ, ਉਹ ਅਸਲ 'ਚ ਨਾ ਤੇ ਧਾਰਮਿਕ ਤੌਰ ਤੇ ਕਿਸੇ ਦਾ ਗੁਲਾਮ ਹੈ, ਨਾ ਰਾਜਨੀਤਿਕ ਤੌਰ ਤੇ ਕਿਸੇ ਦਾ ਗੁਲਾਮ ਹੈ, ਨਾ ਉਹ ਸਮਾਜਿਕ ਤੌਰ ਤੇ ਕਿਸੇ ਦਾ ਗੁਲਾਮ ਹੈ, ਤੇ ਨਾ ਹੀ ਉਹ ਆਰਥਿਕ ਤੌਰ ਤੇ ਕਿਸੇ ਦਾ ਗੁਲਾਮ ਹੈ। ਇਹਦੀਆਂ ਜਿਹੜੀਆਂ ਖੂਬਸੂਰਤ ਉਦਾਹਰਨਾਂ ਸਾਨੂੰ ਗੁਰਬਾਣੀ ਵਿੱਚੋਂ ਮਿਲਦੀਆਂ। ਮੈਂ ਪਹਿਲੀ ਗੱਲ ਕਰਾਂ ਧਾਰਮਿਕ ਤੌਰ ਤੇ, ਤੁਸੀਂ ਦੇਖੋ ਗੁਰਬਾਣੀ 'ਚ ਕਿੱਡਾ ਸੋਹਣਾ ਗੁਰੂ ਸਾਹਿਬ ਨੇ ਬਚਨ ਜਿਹੜਾ ਹੈ ਉਹ ਕੀਤਾ ਹੈ ਕਿ ਪੰਡਤ ਮੁੱਲਾ ਛਾਡੇ ਦੋ, ਕਿ ਅਸੀਂ ਨਾ ਧਾਰਮਿਕ ਤੌਰ ਤੇ ਮੁੱਲਾਂ ਦੁਆਰਾ, ਕਾਜ਼ੀਆਂ ਦੁਆਰਾ ਦਿੱਤੀਆਂ ਗਈਆਂ ਰਹੁ ਰੀਤਾਂ ਨੂੰ ਮੰਨਦੇ ਹਾਂ ਤੇ ਨਾ ਹੀ ਪੰਡਤਾਂ ਦੁਆਰਾ। ਦੋਨਾਂ ਤੇ ਉਹਨਾਂ ਨੇ ਸਾਫ਼ ਜਿਹੜਾ ਹੈ ਉਹ ਲਕੀਰ ਮਾਰ ਦਿੱਤੀ। ਜਾਂ ਇੱਥੋਂ ਤੱਕ ਬਾਬਾ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਿ ਇਹ ਜਿਹੜੇ ਲੋਕ ਨੇ ਇਹ ਤੇ ਸੰਸਾਰ ਦੇ ਗੁਰੂ ਹੋ ਸਕਦੇ ਨੇ, ਭਗਤਾਂ ਦੇ ਗੁਰੂ ਨਹੀਂ ਹੋ ਸਕਦੇ। ਤੋ ਇਹ ਇੱਕ ਧਾਰਮਿਕ ਆਜ਼ਾਦੀ ਦੀ ਜਿਹੜੀ ਗੱਲ ਹੈ ਉਹ ਬਾਣੀ 'ਚ ਉੱਭਰ ਕੇ ਸਾਹਮਣੇ ਆਈ। ਆਰਥਿਕ ਤੌਰ ਤੇ, ਹੁਣ ਆਰਥਿਕ ਤੌਰ ਤੇ ਬਾਬਾ ਫਰੀਦ ਸਾਹਿਬ ਦਾ ਬਚਨ ਬੜਾ ਸੋਹਣਾ ਹੈ। ਉਹ ਕਹਿੰਦੇ ਵੀ ਕਿ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਵੀ ਕਿਸੇ ਦੇ ਦਰਵਾਜ਼ੇ ਤੇ ਜਾ ਕੇ ਜੇ ਕਿਤੇ ਮੈਨੂੰ ਮੰਗਣਾ ਪੈ ਜੇ ਨਾ ਤਾਂ ਸਮਝ ਲਾ ਵੀ ਇਹਦੇ ਨਾਲੋਂ ਚੰਗਾ ਤੇ ਕਿਤੇ ਮੌਤ ਆ ਜੇ ਤੇ ਉਹ ਹੀ ਬੜਾ ਵਧੀਆ। ਉਹ ਕਹਿੰਦੇ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉਂ ਸਰੀਰੋਂ ਲੈ, ਜੇ ਤੂੰ ਮੈਨੂੰ ਇਹ ਆਰਥਿਕ ਤੌਰ ਤੇ ਮੇਰੀ ਇਹ ਮੰਦਹਾਲੀ ਕਰਦਾ ਵਾਂ ਤੇ ਮੈਂ ਫਿਰ ਇਹਦੇ ਨਾਲੋਂ ਮਰਨਾ ਕਬੂਲ ਕਰਾਂਗਾ। ਭਾਵ ਆਰਥਿਕ ਤੌਰ ਤੇ ਵੀ ਜਿਹੜੀ ਆਜ਼ਾਦੀ ਦੀ ਗੱਲ ਕੀਤੀ ਕਿ ਮੈਂ ਇੰਨਾ ਕੁ ਸੰਪੰਨ ਹੋਵਾਂ ਕਿ ਮੈਂ ਆਪਣੇ ਪਰਿਵਾਰ ਦਾ। ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਨੇ ਉਹ ਗੱਲ ਕਹੀ ਕਿ ਆ ਜਿਹੜੀ ਮਾਲਾ ਹੈ ਤੂੰ ਫੜ ਲਾ, ਵੀ ਮੇਰਾ ਪੇਟ ਨਾ ਭਰਿਆ, ਮੇਰਾ ਢਿੱਡ ਨਾ ਭਰਿਆ ਤੇ ਮੈਂ ਇਹ ਮਾਲਾ ਦਾ ਕੀ ਕਰਨਾ ਹੈਗਾ। ਤੋ ਇਹ ਆਰਥਿਕ ਤੌਰ ਤੇ। ਸਮਾਜਿਕ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਸਾਹਿਬ ਨੇ ਬਰਾਬਰੀ ਦੀ ਗੱਲ ਜਿਹੜੀ ਆਪਾਂ ਕਹਿੰਦੇ ਆ ਕਿ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਤੇ ਸਾਂਝੀਵਾਲਤਾ ਦੀ ਜਿਹੜੀ ਸਮਾਜਿਕ ਤੌਰ ਤੇ ਬਰਾਬਰੀ ਦੀ ਜਿਹੜੀ ਗੱਲ ਉਹ ਗੁਰੂ ਸਾਹਿਬ ਜੀ ਨੇ ਕੀਤੀ। ਸੋ ਖੈਰ ਆਪਾਂ ਗੱਲ ਕਰ ਰਹੇ ਸੀ ਕਿ ਇਹ ਸਾਰੀਆਂ ਗੱਲਾਂ ਸਾਨੂੰ ਗੁਰਬਾਣੀ ਤੇ ਸਾਡੇ ਇਤਿਹਾਸ ਵਿੱਚੋਂ ਮਿਲਦੀਆਂ ਵਾ ਕਿ ਸਿੱਖ ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਆਜ਼ਾਦ ਵਾ। ਉਹਨੂੰ ਇੱਕ ਇਹ ਕਨਸੈਪਟ ਗੁਰੂ ਸਾਹਿਬ ਜੀ ਨੇ ਦਿੱਤਾ। ਇਹਦੇ ਵਿੱਚੋਂ ਹੀ ਤੁਸੀਂ ਵੇਖੋ ਜਿੰਨੇ ਸੰਘਰਸ਼ ਆਜ਼ਾਦੀ ਦੇ ਹੋਏ ਨੇ, ਉਹਨਾਂ ਆਜ਼ਾਦੀ ਦੇ ਸੰਘਰਸ਼ਾਂ 'ਚ ਚਾਹੇ ਉਹ ਗੁਰੂ ਕਾਲ ਵੇਲੇ ਹੋਏ ਨੇ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਹੋਏ ਨੇ, ਜਾਂ ਉਹ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਹੋਏ ਨੇ, ਹਰ ਵਕਤ ਸਿੱਖ ਜਿਹੜੇ ਨੇ ਉਹ ਆਪਣੀਆਂ ਜਾਨਾਂ ਹੂਲ ਕੇ ਜਿਹੜਾ ਹੈ ਇਸ ਆਜ਼ਾਦੀ ਦੇ ਇਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਹੈ ਉਹ ਲੜਦੇ ਜੂਝਦੇ ਤੇ ਜਿਹੜਾ ਹੈ ਉਹ ਕਰਦੇ ਆਏ ਨੇ। ਥੋੜਾ ਜਿਹਾ ਇੱਕ ਵੇਰਵਾ ਮੈਂ ਵੀਰ ਜੀ ਨੂੰ ਕਹਾਂਗਾ ਤੁਹਾਡੇ ਸਾਹਮਣੇ ਰੱਖਣਗੇ ਕਿ ਜਦੋਂ ਭਾਰਤ ਦੀ ਆਜ਼ਾਦੀ ਦੀ ਇਹ ਗੱਲ ਸ਼ੁਰੂ ਹੋਈ ਤਾਂ ਉਹਦੇ ਵਿੱਚ ਜਿਹੜੇ ਸਿੱਖਾਂ ਨੇ ਕਿਸ ਤਰ੍ਹਾਂ, ਕਿੰਨੇ ਕੁ % ਸਿੱਖਾਂ ਨੇ ਜਿਹੜੀ ਆ ਉਹ ਭੂਮਿਕਾ ਨਿਭਾਈ। ਆਪਾਂ ਥੋੜਾ ਜਿਹਾ ਨਕਸ਼ਾ ਜਿਹੜਾ ਗੁਰਜੋਤ ਸਿੰਘ ਜੀ ਹੁਣ ਤੁਹਾਡੇ ਸਾਹਮਣੇ ਰੱਖਣਗੇ, ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਕਿ ਇਹ ਸਾਰਾ ਕੁਝ ਜਿਹੜਾ ਹੋਇਆ
ਇਹਦੇ ਪਿੱਛੇ ਗੁਰੂ ਸਾਹਿਬ ਜੀ ਦੀ ਉਹੀ ਸੋਚ ਜਿਹੜੀ ਸੀ ਉਹ ਕੰਮ ਕਰ ਰਹੀ ਸੀਗੀ। ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਆਜ਼ਾਦੀ ਦਾ ਜਿਹੜਾ ਕਨਸੈਪਟ ਗੁਰੂ ਸਾਹਿਬ ਨੇ ਦਿੱਤਾ ਸੀਗਾ, ਮਨ ਜੀਤੈ ਜਗਜੀਤ ਵਾਲਾ, ਜਾਂ ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾਉ ਵਾਲਾ, ਉਹਦੀ ਗੱਲ ਆਪਾਂ ਬਾਅਦ 'ਚ ਕਰਾਂਗੇ। ਆਓ ਥੋੜੀ ਜੀ ਚਰਚਾ ਗੁਰਜੋਤ ਸਿੰਘ ਤੁਹਾਡੇ ਨਾਲ ਕਰ ਰਹੇ ਹਾਂਜੀ, ਬਹੁਤ ਵਧੀਆ ਜੀ। ਜਿੱਦਾਂ ਵੀਰ ਜੀ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਵੀ ਆਰਥਿਕ, ਰਾਜਨੀਤਿਕ ਤੇ ਧਾਰਮਿਕ ਮਾਨਸਿਕਤਾ, ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਜਾਂ ਗੋਰੇ ਇਤਿਹਾਸ ਦੇ ਵਿੱਚੋਂ ਵੀ ਬਹੁਤ ਸਾਰੀਆਂ ਵਿਚਾਰਾਂ ਸਾਨੂੰ ਜਿਹੜੀਆਂ ਨੇ ਪੜ੍ਹਨ ਨੂੰ ਮਿਲ ਜਾਂਦੀਆਂ ਨੇ। ਮੈਂ ਥੋੜੇ ਜਿਹੇ ਅੰਕੜੇ ਜਿਹੜੇ ਨੇ ਤੁਹਾਡੇ ਸਾਹਮਣੇ ਜਿਹੜੇ ਨੇ ਉਹ ਰੱਖਣਾ ਚਾਹਾਂਗਾ। ਭਾਰਤ ਦੀ ਆਜ਼ਾਦੀ ਵਿੱਚ ਜਿਹੜਾ ਸਿੱਖਾਂ ਦਾ ਅਹਿਮ ਯੋਗਦਾਨ ਸੀ, ਸਿੱਖਾਂ ਦਾ ਹਿੱਸਾ ਸੀ, ਉਹਦੇ ਬਾਰੇ ਕੱਲ ਜਿਹੜਾ ਹੈ ਇਸੇ ਪੇਜ ਤੇ ਅਸੀਂ ਇੱਕ ਆਰਟੀਕਲ ਵੀ ਅਪਡੇਟ ਜਿਹੜਾ ਕੀਤਾ ਸੀ। ਤੇ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਟੋਟਲ 93 ਸਿੱਖ ਸੀ ਪਹਿਲੀ ਵਾਰੀ, ਤੇ ਗੈਰ ਸਿੱਖ 28 ਸੀਗੇ। ਦੂਸਰੀ ਗੱਲ, ਉਮਰ ਕੈਦ ਜਿਹੜੇ ਸਿੱਖ ਭੋਗ ਰਹੇ ਸਨ 2147 ਵਿੱਚੋਂ ਜਿਹੜੇ ਗੈਰ ਸਿੱਖ ਸੀ ਉਹ 499। ਜਲਿਆਂਵਾਲੇ ਬਾਗ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਲਿਆਂਵਾਲਾ ਬਾਗ ਹੈ, ਔਰ 799 ਸਿੱਖ ਨੇ, ਜਿਨ੍ਹਾਂ ਵਿੱਚੋਂ 501 ਜਿਹੜੇ ਨੇ ਤੁਸੀਂ ਦੇਖ ਸਕਦੇ ਹੋ, ਆਪਾਂ ਅੰਕੜੇ ਪੜ੍ਹ ਸਕਦੇ ਹਾਂ, ਸ਼ਹੀਦੀ ਦਾ ਜਿਹੜਾ ਉਹ ਜਾਮ ਪੀਂਦੇ ਨੇ। ਬਜ ਘਾਟ ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੁੰਦੇ ਨੇ 67, ਜਿਨ੍ਹਾਂ ਵਿੱਚੋਂ ਗੈਰ ਸਿੱਖ 46 ਸਨ। ਅੱਗੇ ਕੂਕਾ ਲਹਿਰ 'ਚ ਸ਼ਹੀਦ ਜਿਹੜੀ ਲਹਿਰ ਚੱਲੀ ਸੀ, ਜਿਹਦੇ ਵਿੱਚੋਂ 91 ਜਿਹੜੇ ਨੇ ਉਹ ਗੈਰ ਸਿੱਖ ਜ਼ਿਕਰ ਕੀਤਾ ਗਿਆ ਹੈ ਨਾ। ਆਪਾਂ ਸਿੱਖ ਮਿਸ਼ਨ ਕਾਲਜ ਜਿਹੜਾ ਮੈਗਜ਼ੀਨ ਛਪਦਾ ਉਹਦੇ ਵਿੱਚ ਜਿਹੜਾ ਹੈ ਇਹ ਆਪਾਂ ਨੂੰ ਪੜ੍ਹਨ ਨੂੰ ਮਿਲ ਜਾਏਗਾ। ਅਕਾਲੀ ਲਹਿਰ ਦੇ ਵਿੱਚ ਸ਼ਹੀਦ ਹੋਏ ਸਿੱਖ 500 ਜਿਹੜੇ ਸਿੱਖ ਸੀਗੇ, ਉਹਨਾਂ ਨੇ ਵੀ ਭਾਰਤ ਦੀ ਆਜ਼ਾਦੀ ਵਿੱਚ ਆਪਣਾ ਜਿਹੜਾ ਹੈ ਅਹਿਮ ਹਿੱਸਾ ਪਾਇਆ ਹੈ। ਅੱਜ ਦੀ ਡੇਟ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ, ਜਿੱਥੇ ਵੀ ਦੇਸ਼ ਉੱਤੇ, ਕੌਮ ਉੱਤੇ, ਕਿਸੇ ਵੀ ਕੌਮ ਉੱਤੇ ਕੋਈ ਭੀੜ ਆਉਂਦੀ ਹੈ ਤਾਂ ਸਭ ਤੋਂ ਅੱਗੇ ਸਿੱਖਾਂ ਨੂੰ ਕੀਤਾ ਜਾਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਵੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਇਹ ਹੈ ਵੀ ਕਿਤੇ ਵੀ ਕਿਸੇ ਦੀ ਇੱਜ਼ਤ ਦੀ ਰਖਵਾਲੀ ਵਾਸਤੇ ਜਾਂ ਦੇਸ਼ ਵਾਸਤੇ, ਕੌਮ ਵਾਸਤੇ, ਮਨੁੱਖਤਾ ਵਾਸਤੇ ਕੁਰਬਾਨੀ ਕਰਨ ਦੀ ਗੱਲ ਆਉਂਦੀ ਹੈ ਤਾਂ ਸਿੱਖ ਕਦੇ ਵੀ ਜਿਹੜਾ ਹੈ ਉਹ ਪਿੱਛੇ ਨਹੀਂ ਹਟੇ। ਜਿਸ ਤਰੀਕੇ ਦੇ ਨਾਲ ਵੀਰ ਜੀ ਨੇ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿੱਥੇ ਸਾਨੂੰ ਧਾਰਮਿਕ ਤੌਰ ਤੇ ਆਜ਼ਾਦ ਕਰਨਾ ਚਾਹੁੰਦੇ ਨੇ, ਅੱਜ ਤੁਸੀਂ ਵੇਖੋਗੇ ਵੀ ਬਹੁਤੇ ਲੋਕ ਮਾਨਸਿਕ ਤੌਰ ਦੇ ਉੱਤੇ ਗੁਲਾਮ ਹੋ ਚੁੱਕੇ ਨੇ। ਕਿਸੇ ਨੂੰ ਵਹਿਮਾਂ ਭਰਮਾਂ ਦਾ ਜਿਹੜਾ ਸ਼ਿਕਾਰ ਬਣਾਇਆ ਜਾ ਰਿਹਾ ਹਰ ਇੱਕ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਰਪਾ ਕੀਤੀ ਹੈ ਵੀ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕਿ ਜਨਮ ਗਵਾਇਓ ਚੋਰ ਮੂਸੇ ਘਰ ਜਾਈ। ਗਫਲਤ ਦੀ ਨੀਂਦ ਵਿੱਚ ਸੋਣਾ ਨਹੀਂ, ਪਰ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਗਿਆਨ ਹੈ, ਗਿਆਨ ਤੋਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅਸੀਂ ਸਿੱਖ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ। ਸੋ ਇਹ ਭਾਰਤ ਦੀ ਆਜ਼ਾਦੀ ਵਿੱਚ ਜਿਹੜਾ ਸਿੱਖਾਂ ਨੇ ਅਹਿਮ ਯੋਗਦਾਨ ਪਾਇਆ ਉਹਦੇ ਬਾਰੇ ਮੈਂ ਕੁਝ ਜ਼ਿਕਰ ਕੀਤਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਵੀ ਜਿੱਥੇ ਵੀ ਦੇਸ਼ ਉੱਤੇ, ਕੌਮ ਉੱਤੇ, ਕਿਸੇ ਵੀ ਆਪਣਾ ਮਜ਼ਹਬ ਦੇ ਉੱਤੇ ਭੀੜ ਦੀ ਗੱਲ ਆਉਂਦੀ ਹੈ ਜਾਂ ਕੋਈ ਵੀ ਇੱਦਾਂ ਦਾ ਸਿਸਟਮ ਬਣਦਾ ਤਾਂ ਸਿੱਖ ਕੌਮ, ਸਿੱਖ ਇੱਕ ਜੁਝਾਰੂ ਕੌਮ ਹੈ, ਵੱਖਰੀ ਕੌਮ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਮੈਸੇਜ ਲੈ ਕੇ, ਔਰ ਗੁਰੂ ਸਾਹਿਬ ਦੇ ਸਿੱਖ ਵੀ ਆਪਾਂ ਦੇਖਦੇ ਹਾਂ ਵੀ ਜਿੱਥੇ ਵੀ ਭੀੜ ਪੈਂਦੀ ਹੈ ਤੇ ਆਪਣੇ ਆਪ ਨੂੰ ਕੁਰਬਾਨ ਕਰਨ ਵਿੱਚ ਕਦੇ ਵੀ ਉਹ ਪਿੱਛੇ ਜਿਹੜੇ ਹੈ ਉਹ ਨਹੀਂ ਹਟਦੇ। ਅੱਗੇ ਕੁਝ ਵਿਚਾਰ ਜਿਹੜੇ ਨੇ ਵੀਰ ਸਤਵਿੰਦਰ ਸਿੰਘ ਜੀ ਤੁਹਾਡੇ ਸਾਹਮਣੇ ਰੱਖ ਰਹੇ ਨੇ। ਖਾਲਸਾ ਰਾਜ ਦਾ ਸੂਰਜ 1849 ਦੇ ਵਿੱਚ ਡੁੱਬਿਆ। ਬਿਲਕੁਲ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਅਤੇ ਸਭ ਤੋਂ ਅਖੀਰ ਤੇ ਪੰਜਾਬ ਦੇਸ਼ ਤੇ ਆਪਣਾ ਕਬਜ਼ਾ ਕਰ ਲਿਆ। 1849 ਤੋਂ ਲੈ ਕੇ ਤੇ 1947 ਤੱਕ ਇਹ ਜਿਹੜਾ ਸਮਾਂ ਲਗਭਗ 100 ਕੇ ਸਾਲ ਦੇ ਕਰੀਬ ਦਾ ਇਹ ਜਿਹੜਾ ਸਮਾਂ ਬਣਦਾ ਵਾ, ਇਹਦੇ ਵਿੱਚ ਵੀ ਸਿੱਖਾਂ ਨੇ ਇੱਕ ਵੱਡੀ ਜੱਦੋ ਜਹਿਦ ਕੀਤੀ ਆ ਆਜ਼ਾਦੀ ਦੇ ਲਈ। ਤਾਂ ਉਹ ਜੱਦੋ ਜਹਿਦ ਜਿਹੜੀ ਹੈ ਉਹ 1849 'ਚ ਜਦੋਂ ਖਾਲਸਾ ਰਾਜ ਦਾ ਸੂਰਜ ਡੁੱਬਿਆ ਉਸ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਜਦੋਂ ਸੂਰਜ ਡੁੱਬਿਆ ਤਾਂ ਉਹ ਸਭਰਾਵਾਂ ਦੀ ਲੜਾਈ ਜਾਂ ਹੋਰ ਲੜਾਈਆਂ ਜਿਹੜੀਆਂ ਨੇ ਉਹਨਾਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਅੰਗਰੇਜ਼ ਕਿਵੇਂ ਜਿੱਤੇ, ਇਹ ਸਾਰਾ ਕੁਝ ਜਿਹੜਾ ਅੱਜ ਕੱਲ੍ਹ ਲੋਕ ਦੁਨੀਆ ਦੇ ਸਾਹਮਣੇ ਹੈ ਕਿ ਉਹ ਆਪਣੀ ਜ਼ਬਾਨੀ ਇਹ ਗੱਲ ਕਹਿ ਕੇ ਗਏ ਕਿ ਜੇ ਸਿੱਖਾਂ ਦੇ ਜਿਹੜੇ ਨਾਲ ਸਹਿਯੋਗੀ ਸਨ ਉਹ ਸਿੱਖਾਂ ਨਾਲ ਧੋਖਾ ਨਾ ਕਰਦੇ ਤੇ ਅਸੀਂ ਕਦੀ ਵੀ ਸਿੱਖਾਂ ਨਾਲੋਂ ਜਿੱਤ ਨਹੀਂ ਸੀ ਸਕਦੇ। ਤੇ ਇਹ ਗੱਲ ਜਿਹੜੀ ਹੈ ਸੰਸਾਰ ਭਰ ਦੇ ਵਿੱਚ ਜਿਹੜੀ ਹੈ ਉਹ ਸਾਹਮਣੇ ਆ ਚੁੱਕੀ ਆ। ਉਸ ਸਮੇਂ ਦੇ ਕੁਝ ਲੇਖਕਾਂ ਨੇ, ਕੁਝ ਉਸ ਸਮੇਂ ਦੇ ਗੋਰੇ ਜਿਹੜੇ ਲੜਨ ਵਾਲੇ ਫੌਜਦਾਰ ਸਨ, ਉਹਨਾਂ ਨੇ ਵੀ ਇਹ ਗੱਲਾਂ ਸਾਹਮਣੇ ਲਿਆਂਦੀਆਂ ਨੇ ਕਿ ਸਿੱਖਾਂ ਦੇ ਨਾਲ ਸਹਿਯੋਗੀਆਂ ਨੇ ਜਿਹੜਾ ਹੈ ਉਹ ਧੋਖਾ ਕੀਤਾ ਹੈਗਾ। ਇਸ ਧੋਖੇ ਤੋਂ ਬਾਅਦ
ਫਿਰ ਸਿੱਖਾਂ ਨੇ ਇੱਕ ਜਦੋਜਹਿਦ ਜਿਹੜੀ ਆ ਉਹ ਸ਼ੁਰੂ ਕੀਤੀ ਆ 1947 ਤੱਕ, ਤੇ ਜਿਹਦਾ ਵੇਰਵਾ ਜਿਹੜਾ ਵੀਰ ਨੇ ਤੁਹਾਨੂੰ ਦੱਸਿਆ ਕਿ ਲਗਭਗ 99 ਦੇ ਕਰੀਬ ਜਿਹੜੇ ਨੇ ਉਹ ਫਾਂਸੀ ਤੇ ਜਿਹੜੇ ਲੋਕ ਚੜ੍ਹੇ ਹਨ ਜਾਂ ਉਮਰ ਕੈਦਾਂ ਜਿਹੜੀਆਂ ਨੇ ਉਹ ਹੋਈਆਂ। 93 ਜਿਹੜੇ ਸਿੱਖਾਂ ਨੇ ਉਹ ਫਾਂਸੀ ਦੀ ਸਜ਼ਾ ਲਈ ਜਾਂ ਉਮਰ ਕੈਦ 'ਚ 2147 ਜਿਹੜੇ ਸਨ ਸਿੱਖ ਸਨ ਤੇ 449 ਜਿਹੜੇ ਗੈਰ ਸਿੱਖ ਸਨ। ਇਹ ਇੱਕ ਵੱਡੀ ਜਦੋਜਹਿਦ ਜਿਹੜੀ ਸਿੱਖਾਂ ਨੇ ਆਜ਼ਾਦੀ ਲਈ ਕੀਤੀ। ਪਰ ਜਦੋਂ ਆਜ਼ਾਦੀ ਹੋਈ, ਜਿਹਨੂੰ ਆਜ਼ਾਦੀ ਕਿਹਾ ਗਿਆ, ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਪ੍ਰਭਾਵ ਜਿਹੜੇ ਨੇ ਉਹ ਸਿੱਖ ਮਾਨਸਿਕਤਾ ਤੇ ਪਏ, ਆਪਾਂ ਗੱਲ ਕਰਾਂਗੇ 15 ਅਗਸਤ 1947 ਤੋਂ ਬਾਅਦ ਦੀ। ਹੁਣ ਕਿ ਸਿੱਖਾਂ ਦੇ ਸਾਹਮਣੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਪਰੇਸ਼ਾਨੀਆਂ ਲੈ ਲਓ ਜਾਂ ਖੁਸ਼ੀ ਲੈ ਲਓ। ਹੁਣ ਖੁਸ਼ੀ ਤਾਂ ਇੱਕ ਇਹ ਸੀ ਕਿ ਜਿਹੜੀ ਇਹ 100 ਸਾਲ ਜਦੋਜਹਿਦ ਕੀਤੀ, ਸਾਨੂੰ ਆਜ਼ਾਦੀ ਮਿਲ ਗਈ, ਬੜੀ ਖੁਸ਼ੀ ਸੀ। ਮਤਲਬ ਹਰ ਇੱਕ ਬੰਦਾ ਜਿਹੜਾ ਉਹ ਭਾਰਤ ਵਿੱਚ ਸੀਗਾ ਉਹ ਇਹ ਖੁਸ਼ ਸੀਗਾ। ਵੈਸੇ ਜੇ ਤੁਸੀਂ ਨੈੱਟ 'ਤੇ ਵੀਡੀਓ ਵੀ ਆ ਗਈ ਆਓ, ਜਦੋਂ ਲਾਸਟ ਜਿਹੜਾ ਉਸ ਟਾਈਮ ਦਾ ਮੁੱਖ ਅਧਿਕਾਰੀ ਸੀਗਾ ਅੰਗਰੇਜ਼ਾਂ ਦਾ, ਤੇ ਜਿਨੇ ਉਸ ਵਕਤ ਆਜ਼ਾਦੀ ਦੇ ਜਿਹੜੇ ਉਹ ਅਹਿਦਨਾਮੇ ਤੇ ਸਾਈਨ ਕੀਤੇ, ਅਸਲ ਵਿੱਚ ਉਹਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਉਦੋਂ ਜਿਹੜੀ ਆ ਤਾਕਤ ਜਿਹੜੀ ਆ ਉਹ ਟਰਾਂਸਫਰ ਕੀਤੀ ਗਈ। ਇਹ ਇੱਕ ਵੀਡੀਓ, ਉਹ ਸਾਡਾ ਵਿਸ਼ਾ ਨਹੀਂ, ਉਹ ਫਿਰ ਕਦੀ ਆਪਾਂ ਗੱਲ ਸਾਂਝੀ ਕਰਾਂਗੇ। ਤਾਂ ਉਸ ਤੋਂ ਬਾਅਦ ਸਿੱਖਾਂ ਦੀ ਮਾਨਸਿਕਤਾ ਕੀ ਸੀ? ਇੱਕ ਮਾਨਸਿਕਤਾ ਇਹ ਸੀ ਕਿ ਸਾਨੂੰ ਆਜ਼ਾਦੀ ਮਿਲ ਗਈ, ਬੜੀ ਖੁਸ਼ੀ, ਮੰਨ ਲਓ ਇੱਕ ਬੜੀ ਖੁਸ਼ੀ ਸੀ। ਮੰਨ ਲਓ ਸਾਰਿਆਂ ਦੇ ਵਿੱਚ ਆਜ਼ਾਦੀ ਹੈ ਹੀ ਚੀਜ਼ ਐਸੀ ਆ, ਭਾਵੇਂ ਛੋਟੀ ਚੀਜ਼, ਛੋਟਾ ਜਿਹਾ ਕੋਈ ਜਾਨਵਰ ਪੰਛੀ ਹੋਵੇ ਜਾਂ ਕੋਈ ਵੱਡੀ ਚੀਜ਼ ਹੋਵੇ, ਜਦੋਂ ਉਹਨੂੰ ਆਜ਼ਾਦ ਕੀਤਾ ਜਾਂਦਾ ਤੇ ਉਹਦੇ ਤੇ ਆਡੀ ਇੱਕ ਜਿਹੜਾ ਹੈ ਉਹ ਰੌਣਕ ਹੁੰਦੀ। ਆਪਾਂ ਕਿਸੇ ਪਸ਼ੂ ਨੂੰ ਥੋੜ੍ਹਾ ਚਿਰ ਬੰਨ੍ਹ ਕੇ ਰੱਖੀਏ, ਉਹਦਾ ਸੰਗਲ ਖੋਲ੍ਹ ਦਈਏ ਤਾਂ ਉਹਦੇ ਤੇ ਇੱਕ ਅਜੀਬ ਕਿਸਮ ਦੀ ਜਿਹੜੀ ਖੁਸ਼ੀ ਹੁੰਦੀ। ਆਪਾਂ ਘਰ 'ਚ ਕੁੱਤਾ ਰੱਖਿਆ ਹੋਵੇ, ਉਹਨੂੰ ਬੰਨ੍ਹ ਕੇ ਰੱਖੀਏ, ਜਦੋਂ ਦੀ ਸੰਗਲੀ ਖੋਲੀਏ ਤੇ ਜਦੋਂ ਆਜ਼ਾਦ ਹੁੰਦਾ ਤੇ ਉਹ ਇੱਕ ਅਜੀਬ ਕਿਸਮ ਦਾ ਹੀ ਜਿਹੜਾ ਹੈ ਉਹ ਵਿਵਹਾਰ ਕਰਦਾ ਵਾ। ਇੱਕ ਖੁਸ਼ੀ ਉਹਦੇ ਚਿਹਰੇ ਤੇ ਹੁੰਦੀ ਹੈ, ਭਾਵੇਂ ਪੰਛੀ ਹੋਵੇ, ਛੋਟਾ ਵੱਡਾ ਕੋਈ ਵੀ ਹੈ। ਤਾਂ ਇੱਕ ਆਜ਼ਾਦੀ ਦੀ ਇੱਕ ਖੁਸ਼ੀ ਵੀ ਸੀਗੀ ਮਨ ਦੇ ਅੰਦਰ, ਪਰ ਉਹਦੇ ਨਾਲ ਬਹੁਤ ਵੱਡੇ ਦਰਦ ਵੀ ਸਿੱਖਾਂ ਦੀ ਮਾਨਸਿਕਤਾ ਤੇ ਸਨ, ਜਿਹੜੇ ਆਮ ਦੂਜੀ ਜਿਹੜੀਆਂ ਇੱਥੇ ਕਮਿਊਨਿਟੀਆਂ ਸਨ ਉਹਨਾਂ ਤੇ ਨਹੀਂ ਸਨ। ਖਾਸ ਕਰਕੇ ਸਿੱਖਾਂ ਤੇ ਮੁਸਲਮਾਨ ਜਿਹੜੇ ਨੇ, ਜੋ ਪੰਜਾਬ ਵਿੱਚ ਜਾਂ ਕੁਝ ਹਿੰਦੂ ਵੀਰ ਜਿਹੜੇ ਸਨ ਉਹ ਸਨ। ਤੋ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਉਸ ਵਕਤ ਸਿੱਖਾਂ ਤੇ ਪਿਆ, ਕਿਉਂਕਿ ਇੱਕ ਤਾਂ ਜੋ 5 ਦਰਿਆਵਾਂ ਦੀ ਧਰਤੀ ਪੰਜਾਬ, ਜਿਹਦੇ ਵਿੱਚ ਇਹ ਸਿੱਖ ਧਰਮ ਪੈਦਾ ਹੋਇਆ ਸੀਗਾ, ਪ੍ਰਫੁੱਲਤ ਹੋਇਆ ਸੀਗਾ, ਰਾਵੀ, ਚਨਾਬ, ਸਤਲੁਜ, ਜੇਹਲਮ, ਇਹ 5 ਦਰਿਆ ਜਿਹੜੇ ਸਨ, ਇਹਨਾਂ ਦਰਿਆਵਾਂ ਦੇ ਵਿੱਚ ਵੰਡੀਆਂ ਪੈ ਗਈਆਂ। ਇਹ ਧਰਤ ਨੂੰ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਸਭ ਤੋਂ ਪਹਿਲਾ ਦੁੱਖ ਇਹ ਸੀਗਾ ਕਿ ਉਹ ਧਰਤੀ, ਜਿਸ ਧਰਤੀ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੇ ਸਾਡੇ ਸਿੱਖਾਂ ਨੇ ਬੜੀ ਜੱਦੋ ਜਹਿਦ ਕਰਕੇ ਉਪਜਾਊ ਵੀ ਕੀਤਾ, ਤੇ ਇੱਕ ਜਿੱਥੇ ਨਵੇਂ ਜੀਵਨ ਜਾਚ ਨੂੰ ਗੁਰੂ ਸਾਹਿਬ ਲੈ ਕੇ ਆਏ, ਅੱਜ ਉਹਨੂੰ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਪਹਿਲਾ ਦੁੱਖ ਇਹ ਸੀਗਾ। ਦੂਜਾ, ਲੋਕਾਂ ਦਾ ਇੱਧਰ ਤੋਂ ਉੱਧਰ ਬਦਲਾਵ ਹੋਣਾ। ਮਤਲਬ ਇੱਧਰ ਜਿਹੜੇ ਮੁਸਲਮਾਨ ਜਾਂ ਹੋਰ ਕਮਿਊਨਿਟੀਆਂ ਸਨ, ਖਾਸ ਕਰਕੇ ਮੁਸਲਮਾਨ, ਉਹਨਾਂ ਨੂੰ ਉੱਧਰ ਜਾਣਾ ਪੈ ਰਿਹਾ ਸੀ, ਉੱਧਰੋਂ ਸਿੱਖਾਂ ਨੂੰ ਇੱਧਰ ਆਉਣਾ ਪੈ ਰਿਹਾ ਸੀਗਾ। ਉਹਦੇ ਵਿੱਚ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇੱਕ ਵੱਡੀ ਗਿਣਤੀ ਜਿਹੜੀ ਸਿੱਖਾਂ ਦੀ ਹੈ ਉਹ ਮੌਤ ਦੇ ਮੂੰਹ ਦੇ ਵਿੱਚ ਚਲੀ ਗਈ। ਭਾਵ ਇੱਕ ਜੰਗ ਜਿਹੜੀ ਆ ਆਪਸ ਵਿੱਚ ਸ਼ੁਰੂ ਹੋ ਗਈ, ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਕੁਝ ਲੋਕਾਂ ਦੇ ਵੱਲੋਂ, ਕਿ ਖਾਸ ਕਰਕੇ ਜਿਵੇਂ ਅਸੀਂ ਆਪਣਾ ਪੁਰਾਣਾ ਇਤਿਹਾਸ ਵੀ ਪੜ੍ਹਦੇ ਹਾਂ, ਉਹਦੇ ਵਿੱਚ ਇਹ ਇੱਕ ਚੀਜ਼ ਆਮ ਕਰਕੇ ਉਭਾਰੀ ਗਈ ਆ ਕਿ ਸਿੱਖਾਂ ਨੂੰ ਮੁਸਲਮਾਨਾਂ ਦੇ ਅਗੇਂਸਟ ਪੇਸ਼ ਕੀਤਾ ਜਾਂਦਾ। ਸਾਡਾ ਜਿਹੜਾ ਪੁਰਾਣਾ ਇਤਿਹਾਸ, ਹਾਲਾਂਕਿ ਗੁਰਬਾਣੀ ਦੇ ਵਿੱਚ ਜਾਂ ਸਾਡੇ ਫਲਸਫੇ ਦੇ ਵਿੱਚ ਸਿੱਖ ਧਰਮ ਕਿਸੇ ਧਰਮ ਦਾ, ਮਜ਼ਹਬ ਦਾ ਵਿਰੋਧੀ ਨਹੀਂ ਆ। ਪਹਿਲੀ ਗੱਲ ਇਹ ਸਮਝਣ ਵਾਲੀ ਹੈ। ਪਰ ਸਾਡੇ ਇਤਿਹਾਸ ਵਿੱਚ ਇਹ ਗੱਲਾਂ ਬੜੀਆਂ ਥਾਵਾਂ ਤੇ ਉਭਾਰੀਆਂ ਜਿਹੜੀਆਂ ਗਈਆਂ ਨੇ, ਤੇ ਕਿਉਂਕਿ ਸਿੱਖਾਂ ਦਾ ਲੰਮਾ ਸਮਾਂ ਜਿਹੜੀ ਜਦੋਜਹਿਦ ਆ ਉਹ ਮੁਸਲਮਾਨਾਂ ਦੇ ਨਾਲ ਰਹੀ ਆ, ਤੋਂ ਮੁਸਲਮਾਨ ਹਾਕਮਾਂ ਦੇ ਨਾਲ ਰਹੀ ਆ, ਤੋਂ ਉੱਥੋਂ ਇਹ ਗੱਲ ਨੂੰ ਚੱਕ ਕੇ ਆਪਣੇ ਰਾਜਨੀਤਿਕ ਮਫਾਦਾਂ ਦੇ ਲਈ ਇਹ ਗੱਲ ਉਭਾਰ ਦਿੱਤੀ ਗਈ, ਤੇ ਉਹਦਾ ਇੱਕ ਫਾਇਦਾ ਲੈ ਕੇ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਿਹੜੀ ਆਪਸੀ ਜਿਹੜੀ ਹੈ ਇੱਕ ਵਿਰੋਧਤਾ ਵਾ ਉਹ ਆਜ਼ਾਦੀ ਵੇਲੇ, ਕਿ ਉਹ ਉਹਨਾਂ ਦਾ ਨੁਕਸਾਨ ਕਰਨ ਲੱਗੇ, ਉਹਨਾਂ ਦਾ
ਜਿਹੜੀਆਂ 12 ਪਾਕਿਸਤਾਨ ਦੇ ਇਲਾਕੇ ਮੈਂ ਚੁੱਪ ਕਰ ਜੋ। ਤੋਂ ਪਹਿਲਾ ਪ੍ਰਭਾਵ ਆਜ਼ਾਦੀ ਦੀ ਖੁਸ਼ੀ ਵੀ ਸੀ। ਦੂਜਾ ਪ੍ਰਭਾਵ ਕਿ ਬਾਬੇ ਨਾਨਕ ਦੀ ਧਰਤ ਦੋ ਹਿੱਸਿਆਂ 'ਚ ਵੰਡੀ ਗਈ। ਤੀਜਾ, ਪਰਿਵਾਰ ਇੱਧਰ ਤੋਂ ਉੱਧਰ ਜਾ ਰਹੇ ਸੀ, ਆਪਸ 'ਚ ਲੜਾਈਆਂ ਸ਼ੁਰੂ ਹੋ ਗਈਆਂ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ। ਚੌਥਾ, ਜੋ ਉਸ ਇਲਾਕੇ ਦੇ ਵਿੱਚ 12 ਆਬਾਦ ਕੀਤੀਆਂ ਸੀ, ਜੰਗਲ ਆਬਾਦ ਕੀਤੇ ਸੀ ਬੜੀ ਮਿਹਨਤ ਦੇ ਨਾਲ, ਜ਼ਮੀਨਾਂ ਆਬਾਦ, ਘਰ ਬਣਾਏ ਸੀਗੇ, ਹੋਰ ਬੜਾ ਕੁਝ ਬਣਾਇਆ ਸੀਗਾ, ਉਹ ਸਾਰਾ ਕੁਝ ਉੱਥੇ ਛੱਡ ਕੇ ਆਉਣਾ ਪਿਆ। ਇੱਕ ਜਿਹੜੀ ਆਪਸੀ ਸਾਂਝ ਸੀਗੀ ਉਹ ਟੁੱਟ ਗਈ ਸੀਗੀ। ਤੋਂ ਇੱਕ ਤਰੀਕੇ ਦੇ ਨਾਲ ਮਤਲਬ ਇੱਕ ਗਹਿਰੀ ਸੱਟ ਜਿਹੜੀ ਆ ਸਿੱਖਾਂ ਦੀ ਮਾਨਸਿਕਤਾ ਤੇ ਵੱਜ ਚੁੱਕੀ ਸੀਗੀ। ਉਹ ਸੱਟ ਨੂੰ ਸਿੱਖ ਨਾਲ ਲੈ ਕੇ ਇੱਧਰ ਆਪਣੇ ਨਾਲ ਆ ਰਹੇ। ਹੁਣ ਜਦੋਂ ਇੱਧਰ ਆ ਰਹੇ ਸੀ, ਉੱਥੋਂ ਵੀ ਉਹ ਪਰੇਸ਼ਾਨੀਆਂ ਝੱਲ ਕੇ ਆਏ, ਆਪਣੀ ਜ਼ਮੀਨ ਛੱਡ ਕੇ ਆਏ, ਆਪਣਾ ਘਰ ਛੱਡ ਕੇ ਆਏ, ਆਪਣਾ ਮਾਲ ਛੱਡ ਕੇ ਆਏ, ਇੱਜ਼ਤਾਂ ਗਵਾ ਕੇ ਆਏ, ਰਸਤੇ ਦੇ ਵਿੱਚ ਲੜ ਝਗੜ ਕੇ ਆਏ, ਹੋਰ ਪਰਿਵਾਰ ਦੇ ਮੈਂਬਰਾਂ ਦੀਆਂ ਭੁੱਖਾਂ ਨਾਲ ਮੌਤਾਂ ਹੋ ਗਈਆਂ, ਬਿਮਾਰੀ ਨਾਲ। ਜਦੋਂ ਇੱਧਰ ਆਏ ਤੇ ਇੱਧਰ ਵੀ ਇੱਕ ਬੜੀ ਵੱਡੀ ਸਮੱਸਿਆ ਸੀਗੀ ਕਿ ਕੋਈ ਪਲਾਨਿੰਗ ਨਹੀਂ ਸੀ ਉਹਨਾਂ ਪਰਿਵਾਰਾਂ ਨੂੰ ਕਿਵੇਂ ਵਸਾਇਆ ਜਾਣਾ। ਬਿਲਕੁਲ ਇੱਧਰ ਵੀ ਇੱਕ ਬੜੀ ਵੱਡੀ ਇਹ ਸਮੱਸਿਆ ਜਿਹੜੀ ਉਹ ਸਾਹਮਣੇ ਆ ਰਹੀ ਸੀ ਕਿ ਇੱਥੇ ਕੈਂਪਾਂ ਦੇ ਵਿੱਚ ਜਦੋਂ ਉਹਨਾਂ ਨੂੰ ਰੱਖਿਆ ਗਿਆ ਤਾਂ ਉੱਥੇ ਬੜੇ ਬੁਰੇ ਕੋਈ ਪੁਖਤਾ ਇੰਤਜ਼ਾਮ ਨਹੀਂ ਸੀ। ਸਿੱਖ ਬਿਮਾਰੀਆਂ ਦੇ ਵਿੱਚ ਘੁਲ ਗਏ। ਲਗਭਗ ਜਿਹੜੇ ਲੋਕ ਉੱਧਰੋਂ ਆਏ ਉਹ 10-15 ਸਾਲਾਂ ਤੱਕ ਤਾਂ ਭਟਕਦੇ ਹੀ ਰਹੇ। ਤੇ ਜਿਹੜੇ ਬੱਚੇ ਉਹਨਾਂ ਦਿਨਾਂ ਦੇ ਵਿੱਚ ਸਕੂਲਾਂ 'ਚ ਜਾਣ ਵਾਲੇ ਸਨ, ਉਹ ਪੀੜ੍ਹੀ ਜਿਹੜੀ ਇੱਕ ਸਿੱਖਾਂ ਦੀ ਜਿਹੜੀ ਹੈ, ਮੰਨ ਲਓ ਉਹ ਪੀੜ੍ਹੀ, ਮੰਨ ਲਓ ਐਂ ਕਹਿ ਲਓ ਕਿ ਸਾਡੇ ਜਿਹੜੇ ਦਾਦੇ ਸਨ, ਮੰਨ ਲਓ ਮੇਰੀ ਉਮਰ ਹੁਣ 30 ਸਾਲ ਦੀ ਹੈ ਤੇ ਮੇਰਾ ਜਿਹੜਾ ਦਾਦਾ ਸੀ ਉਹ 47 ਦੀ ਵੰਡ ਵੇਲੇ ਮੇਰੀ ਉਮਰ ਦਾ ਜਾਂ 20 ਸਾਲ ਦੀ ਉਮਰ ਦਾ ਹੋਏਗਾ। ਤਾਂ ਜਿਹੜੇ ਨੌਜਵਾਨ ਅੱਜ 30 ਸਾਲਾਂ ਦੇ ਨੇ, ਉਹ ਆਪਣੇ ਦਾਦੇ ਜੇ ਉਹਨਾਂ ਦੇ ਉੱਧਰੋਂ ਆਏ ਨੇ, ਉਹ ਧਿਆਨ ਕਰ ਲੈਣ ਕਿ ਉਹ ਆਪਣੇ ਦਾਦਿਆਂ ਦੀ ਐਜੂਕੇਸ਼ਨ ਵੱਲ ਵੇਖਣ। ਬਹੁਤ ਘੱਟ ਨੇ ਜਿਹੜੇ ਉਹਨਾਂ ਦੇ ਦਾਦੇ ਉੱਥੇ ਪੜ੍ਹੇ ਸਨ ਉੱਧਰ, ਕਿਉਂਕਿ ਉੱਧਰੋਂ ਇੱਧਰ ਆਉਣਾ ਪੈ ਗਿਆ ਸਕੂਲਾਂ ਦੇ ਵਿੱਚੋਂ। ਫਿਰ 10-10 ਸਾਲ ਕਦੀ ਇੱਥੇ ਜ਼ਮੀਨ ਲਾਟ ਹੋ ਗਈ, ਕਦੀ ਉੱਥੇ ਹੋ ਗਿਆ, ਦੁਕਾਨਦਾਰ ਦੇ ਸਾਹਮਣੇ ਮੁਸ਼ਕਲਾਂ ਆ ਗਈਆਂ। ਤੋ ਇਹ ਵੀ ਇੱਕ ਬੜਾ ਵੱਡਾ ਅਹਿਮ ਜਿਹੜਾ ਪ੍ਰਭਾਵ ਪਈ ਕਿ ਸਾਡੀ ਇੱਕ ਪੀੜ੍ਹੀ ਜਿਹੜੀ ਆ ਉਹ ਪੜ੍ਹਾਈ ਤੋਂ ਬਿਨਾਂ ਜਿਹੜਾ ਸਿੱਖਾਂ ਦਾ, ਕਿਉਂਕਿ ਅੱਧਾ ਹਿੱਸੇ ਨੂੰ ਮਤਲਬ ਅੱਧੀ ਸਿੱਖ ਵਸੋਂ ਨੂੰ ਉੱਧਰੋਂ ਉੱਠ ਕੇ ਇੱਧਰ ਆਉਣਾ ਪੈ ਗਿਆ। ਤਾਂ ਇਹ ਵੀ ਇੱਕ ਬੜੀ ਵੱਡੀ ਪਰੇਸ਼ਾਨੀ ਜਿਹੜੀ ਸਾਡੇ ਸਾਹਮਣੇ ਕਿ ਸਾਡੇ ਲੋਕ ਚੰਗੀ ਤਰ੍ਹਾਂ ਪੜ੍ਹ ਨਹੀਂ ਪਾਏ, ਇਹ ਇੱਕ ਪਰੇਸ਼ਾਨੀ ਸੀਗੀ। ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਬੱਚੇ ਸਨ, ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਜਿਹੜਾ ਉਹਨਾਂ ਕੋਲ ਵਧੀਆ ਇੰਤਜ਼ਾਮ ਨਹੀਂ ਸੀਗਾ। ਉਹਨਾਂ ਨੂੰ 10-10, 15-15, 20-20 ਸਾਲ ਜਿਹੜਾ ਹੈ ਉਹ ਸਖਤ ਮਿਹਨਤਾਂ ਕਰਨੀਆਂ ਪਈਆਂ। ਫਿਰ ਇੱਕ ਰਾਜਨੀਤਿਕ ਤੌਰ ਤੇ ਵੀ ਸਿੱਖਾਂ ਨਾਲ ਬੜੀ ਡੂੰਘੀ ਚਾਲ ਜਿਹੜੀ ਆ ਉਹ ਖੇਲੀ ਗਈ। ਉਹ ਇਹ ਸੀ ਕਿ ਜਦੋਂ ਸਿੱਖਾਂ ਨੂੰ ਪੰਜਾਬ 'ਚ ਵਸਾਇਆ ਜਾਣਾ ਸੀ, ਹਾਲਾਂਕਿ ਸਿੱਖ ਚਾਹੁੰਦੇ ਸਨ ਕਿ ਉਹਨਾਂ ਨੂੰ ਪੰਜਾਬ 'ਚ ਵਸਾਇਆ ਜਾਏ, ਪਰ ਉਹਨਾਂ ਨੂੰ ਪੰਜਾਬ 'ਚ ਨਾ ਵਸਾ ਕੇ ਪੂਰੇ ਭਾਰਤ ਵਿੱਚ ਖੰਡਾ ਦਿੱਤਾ ਗਿਆ, ਜਿਹਦੇ ਨਾਲ ਕੀ ਹੋਇਆ ਕਿ ਸਿੱਖਾਂ ਦੀ ਪੰਜਾਬ ਵਿੱਚ ਰਾਜਨੀਤਿਕ ਤੌਰ ਤੇ ਤਾਕਤ ਜਿਹੜੀ ਆ ਉਹ ਕਮਜ਼ੋਰ ਹੋ ਗਈ, ਕਿਉਂਕਿ ਵੋਟਾਂ ਘਟ ਗਈਆਂ। ਤੇ ਜਿੱਥੇ ਉਹ ਦੂਜੇ ਥਾਵਾਂ ਤੇ ਗਏ ਨੇ, ਅੱਜ ਤੁਸੀਂ ਦੇਖੋ ਜੇ ਮੜੀ ਜੀ ਕੋਈ ਗੱਲ ਹੁੰਦੀ ਆ ਤੇ ਉਸੇ ਵੇਲੇ ਇਹੀ ਹਵਾਲਾ ਦਿੱਤਾ ਜਾਂਦਾ ਕਿ ਜਿਹੜੇ ਪੰਜਾਬ 'ਚੋਂ ਦੂਜੀ ਜਗ੍ਹਾ ਤੇ ਸਿੱਖ ਬੈਠੇ ਨੇ ਉਹਨਾਂ ਵੱਲ ਵੀ ਥੋੜਾ ਜਿਹਾ ਸੋਚੋ। ਜੇ ਇੱਕ ਥਾਂ ਤੇ ਬੈਠੇ ਹੋਣ, ਇਹ ਬਹੁਤ ਸਾਰੀਆਂ ਕੌਮਾਂ ਤੇ, ਜਿਵੇਂ ਯਹੂਦੀਆਂ ਦੇ ਨਾਲ ਹੋਇਆ, ਉਹਨਾਂ ਨੇ ਫੈਸਲਾ ਕਰ ਲਿਆ, ਉਹਨਾਂ ਨੇ ਆਪਣੇ ਇੱਕ ਦੇਸ਼ 'ਚ ਆਪਣੇ ਆਪ ਨੂੰ ਕੇਂਦਰਿਤ ਕਰ ਲਿਆ। ਹੋਰ ਬੜੀਆਂ ਕੌਮਾਂ ਦੇ ਨਾਲ, ਹਰ ਇੱਕ ਕੌਮ ਐਵੇਂ ਸੋਚਦੀ ਆ ਕਿ ਉਹ ਆਪਣੇ ਘਰ ਵਿੱਚ, ਪਰ ਸਿੱਖ ਹੁਣ ਜਦੋਂ ਪੂਰੇ ਭਾਰਤ ਵਿੱਚ ਖਿੰਡ ਗਏ ਤਾਂ ਉਹਨਾਂ ਵਾਸਤੇ ਇੱਕ ਹੋਰ ਨਵੇਂ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਆ ਉਹ ਸਾਹਮਣੇ ਆ ਗਈ ਕਿ ਉਹ ਰਾਜਨੀਤਿਕ ਤੌਰ ਤੇ ਆਪਣੇ ਹੱਕ ਲੈਣ ਤੋਂ ਕਮਜ਼ੋਰ ਹੋ ਗਏ, ਕਿਉਂਕਿ ਵੋਟਾਂ ਦੀ ਜਿੱਥੇ ਸਿਰਾਂ ਦੀ ਗਿਣਤੀ ਹੋਣੀ ਆ ਤੇ ਜਿਹਦੇ ਸਿਰ ਜ਼ਿਆਦੇ ਹੋਏ ਗੱਲ ਉਹਦੀ ਮੰਨੀ ਜਾਣੀ ਆ, ਭਾਵੇਂ ਦੂਜਾ ਕਿੰਨਾ ਅਮੀਰ ਹੈ, ਕੁਛ ਵੀ ਹੈ। ਅੱਜ ਇਹੀ ਹੋ ਰਿਹਾ। ਤਾਂ ਇਹ ਇੱਕ ਬੜਾ ਦੁਖਾਂਤ ਸੀਗਾ ਜਿਹੜਾ ਸਿੱਖਾਂ ਦੀ ਮਾਨਸਿਕਤਾ ਤੇ। ਅੱਜ ਤੁਸੀਂ ਵੇਖ ਲਓ ਪੰਜਾਬ ਤੋਂ ਬਾਹਰ ਜਿਹੜੀਆਂ ਦੂਜੀਆਂ ਸਟੇਟਾਂ ਨੇ, ਅੱਜ ਹਲਕੀ ਪੰਜਾਬ ਵਿੱਚ ਵੀ ਸਿੱਖਾਂ ਦੇ ਪੈਰ ਨਹੀਂ ਲੱਗ ਪਾ ਰਹੇ, ਜਿੱਥੇ ਕਿ ਹਲੇ ਉਹ ਬਹੁ ਗਿਣਤੀ ਦੇ ਵਿੱਚ ਨੇ, ਤੇ ਜਿੱਥੇ ਉਹ ਘੱਟ ਗਿਣਤੀ ਨੇ ਪੰਜਾਬ ਤੋਂ ਬਾਹਰ, ਉੱਥੇ ਉਹਨਾਂ ਦਾ ਕੀ ਹਾਲ, ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਆਟੇ ਦੇ ਵਿੱਚ ਲੂਣ ਨੇ, ਉਹ ਵੀ ਬਸ ਇੱਕ ਚਿਹਰੇ ਵਿਖਾਉਣ ਨੂੰ ਦਿੱਤੇ ਗਏ ਨੇ। ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਮੰਗ ਜਿਹੜੀ ਆ ਉਹ ਸਹਿਯੋਗ ਤਰੀਕੇ ਦੇ ਨਾਲ ਨਹੀਂ। ਤੁਸੀਂ ਵੇਖੋ ਹਰ ਦਿਨ ਪ੍ਰਤੀ ਦਿਨ ਕਿਤੇ ਦਸਤਾਰ ਲਾ ਦਿੱਤੀ ਜਾਂਦੀ ਆ, ਕਿਤੇ ਕਕਾਰ ਲਾ ਦਿੱਤੇ ਜਾਂਦੇ ਨੇ, ਕਿਤੇ ਆਖਿਆ ਜਾਂਦਾ ਕਿ ਟੈਸਟ ਲੈਣ ਤੋਂ ਪਹਿਲਾਂ ਤੁਸੀਂ ਕਕਾਰ ਬਾਹਰ ਲਾ ਕੇ ਆਓ, ਕਿਤੇ ਰੋਜ਼ ਖਬਰਾਂ ਦੇ ਵਿੱਚ ਨਿਤ ਨਵੀਆਂ ਖਬਰਾਂ ਜਿਹੜੀਆਂ ਸਾਨੂੰ ਪੜ੍ਹਨ ਨੂੰ ਸਿੱਖਾਂ ਦੇ ਉਹਦੇ ਬਾਰੇ ਮਿਲਦੀਆਂ ਨੇ। ਇਹ ਉਹਦੀ ਨਿਸ਼ਾਨੀ ਸੀਗੀ। ਜੇ ਇੱਕ ਥਾਂ ਤੇ ਇਕੱਠੇ ਹੁੰਦੇ
ਕਿਉਂਕਿ ਵੰਡ ਤੋਂ ਬਾਅਦ ਹੀ ਤੁਸੀਂ ਭਾਰਤ ਤੋਂ ਬਾਹਰ ਜਿਹੜੇ ਸਿੱਖ ਨੇ ਜ਼ਿਆਦਾਤਰ ਵੰਡ ਤੋਂ, ਹਾਲਾਂਕਿ ਪਹਿਲਾਂ ਵੀ ਸਿੱਖ ਸਨ, ਪਰ ਵੰਡ ਤੋਂ ਬਾਅਦ ਜ਼ਿਆਦਾ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਤੋਂ ਆ ਕੇ ਬਾਕੀ ਇਲਾਕਿਆਂ ਦੇ ਵਿੱਚ, ਜਿਵੇਂ ਹਰਿਆਣੇ ਦੇ ਜਾਂ ਮੰਨ ਲਓ ਯੂਪੀ ਦੇ ਜਾਂ ਬਿਹਾਰ ਦੇ ਜਾਂ ਹੋਰ ਇਲਾਕਿਆਂ 'ਚ ਜਾ ਕੇ ਦੂਰ ਦੁਰਾਡੇ ਜਿਹੜੇ ਵਪਾਰੀ ਲੋਕ ਸਨ ਦੂਜੇ ਜਾ ਕੇ ਉੱਥੇ ਵਸੇ। ਕਿਸਾਨ ਲੋਕਾਂ ਨੂੰ ਬੜੀ ਪਰੇਸ਼ਾਨੀ ਆਈ ਕਿ ਜਾਂ ਆਪਣੀਆਂ ਧਰਤੀਆਂ ਇੱਥੇ ਆ ਕੇ ਧਰਤੀਆਂ ਜਿਹੜੀਆਂ ਨੇ ਕਿਸੇ ਨੂੰ ਚੰਗੀਆਂ ਮਿਲੀਆਂ, ਕਿਸੇ ਨੂੰ ਮਾੜੀਆਂ ਮਿਲੀਆਂ, ਕਿਸੇ ਨੂੰ ਵੱਧ ਮਿਲ ਗਈਆਂ, ਕਿਸੇ ਨੂੰ ਘੱਟ ਮਿਲ ਗਈਆਂ। ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਆਈ ਹੈਗੀ ਹੈ। ਹੋਰ ਤੋਂ ਇਹ ਸਾਰੀਆਂ ਇੱਕ ਮਾਨਸਿਕਤਾ ਤੇ ਸੱਟ ਸੀ, ਪਰ ਬਾਬੇ ਨਾਨਕ ਦੀ ਪਾਵਨ ਬਾਣੀ ਦੇ ਸਹਾਰੇ ਸਿੱਖ ਫੇਰ ਧੀਰੇ ਧੀਰੇ ਬੌੜੀ ਕਰਨ ਲੱਗੇ। ਧੀਰੇ ਧੀਰੇ ਉਹਨਾਂ ਨੇ ਆਪਣੇ ਪੈਰ ਜਮਾਏ। ਧੀਰੇ ਧੀਰੇ, ਹਾਲਾਂਕਿ ਇਹ ਮੁਸ਼ਕਲਾਂ ਉਹਨਾਂ ਦੇ ਸਾਹਮਣੇ ਆਈਆਂ ਸਨ, ਪਰ ਉਹਨਾਂ ਨੇ ਬਾਬੇ ਨਾਨਕ ਦੀ ਬਾਣੀ ਦਾ ਸਹਾਰਾ ਲੈ ਕੇ ਇਹਨਾਂ ਮੁਸ਼ਕਲਾਂ ਨੂੰ ਜਿਹੜਾ ਹੈ ਉਹ ਝੱਲਿਆ, ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਜਿਹੜਾ ਬਾਣੀ ਨੇ ਬਚਨ ਕਿਹਾ ਨਾ, ਅਗਾਂਹ ਕੂ ਤਰਾਂਗ ਪਿਛਾਂ ਫੇਰ ਨਾ ਮੁੜ ਹੜਾ, ਅੱਗੇ ਵੱਧ ਪਿੱਛੇ ਨਾ, ਸਿਜ ਅਵੇਹਾ ਵਾਰ, ਇਹੋ ਜਿਹਾ ਵਾਰ ਕਰ ਬੌਰ ਨਾ ਹੋਵੀ ਜਨਮ, ਦੁਬਾਰਾ ਜਨਮ ਨਹੀਂ ਉਹ ਮਿਲਣਾ। ਤੋ ਇਹ ਇਸ ਤੋਂ ਪ੍ਰੇਰਨਾ ਲੈ ਕੇ ਸਿੱਖ ਫੇਰ ਵੀ ਅਗਾਂਹ ਵੱਧਦੇ ਗਏ ਨੇ ਤੇ ਵੱਧਦੇ ਜਾ ਰਹੇ ਨੇ। ਪਰ ਇਹ ਜਿਹੜੀਆਂ ਸੱਟਾਂ ਸਾਡੀ ਮਾਨਸਿਕਤਾ ਤੇ ਵੱਜੀਆਂ ਤੇ ਉਹਦੇ ਬਹੁਤ ਮਾੜੇ ਪ੍ਰਭਾਵ ਜਿਹੜੇ ਨੇ ਉਹ ਸਾਨੂੰ ਵੇਖਣ ਨੂੰ ਤੇ ਸਾਹਮਣੇ ਆ ਰਹੇ ਨੇ। ਇਹ ਸਮੇਂ ਦੀ ਸੰਖੇਪਤਾ ਕਰਕੇ ਅਸੀਂ ਜਿਹੜਾ ਉਹ ਵਿਸਤਾਰ ਸਹਿਤ ਜਿਹੜੀ ਇਹਦੀ ਚਰਚਾ ਨਹੀਂ ਕਰ ਸਕਦੇ। ਕੁਝ ਗੱਲਾਂ ਜਿਹੜੀਆਂ ਨੇ ਹੁਣ ਸਰਦਾਰ ਗੁਰਜੋਤ ਸਿੰਘ ਤੁਹਾਡੇ ਨਾਲ ਸਾਂਝੀਆਂ ਕਰਨਗੇ। ਹਾਂਜੀ, ਬਹੁਤ ਵਧੀਆ ਵੀਰ ਜੀ, ਬੜੇ ਸੋਹਣੇ ਤਰੀਕੇ ਦੇ ਨਾਲ ਵੀਰ ਜੀ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਇਹ ਸਾਰਾ ਜਿਹੜਾ ਹੈ ਰਾਜਨੀਤੀ ਖੇਡੀ ਗਈ ਹੈ ਸਿੱਖ ਕੌਮ ਦੇ ਨਾਲ। ਤੇ ਇਹਦੇ ਵਿੱਚ ਜੋ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹ ਉਸ ਟਾਈਮ ਨੂੰ ਉਹਨਾਂ ਹਾਲਾਤਾਂ ਨੂੰ ਮਿਸ ਕਰਦੇ ਨੇ ਬਹੁਤ ਸਾਰੇ ਲੋਕ। ਜਿਵੇਂ ਆਪਾਂ ਦੇਖਦੇ ਹਾਂ ਵੀ ਨਨਕਾਣਾ ਸਾਹਿਬ ਵਿਛੜਿਆ ਸਿੱਖਾਂ ਤੋਂ, ਜਾਂ ਹੋਰ ਬਹੁਤ ਸਾਰੀਆਂ ਜ਼ਮੀਨ ਜਾਇਦਾਦ ਸਭ ਕੁਝ ਉੱਥੇ ਰਹਿ ਗਿਆ। ਤੇ ਜਦੋਂ ਅਸੀਂ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਕਈ ਬਜ਼ੁਰਗ ਐਸੇ ਅਸੀਂ ਆਪ ਦੇਖੇ ਨੇ ਬਈ ਉਹ ਅੱਖਾਂ 'ਚ ਪਾਣੀ ਆ ਜਾਂਦਾ। ਕਹਿੰਦੇ ਵੀ ਉਹ ਸਮਾਂ ਹੀ ਇੱਕ ਬੜਾ ਖਤਰਨਾਕ, ਬੜਾ ਭਿਆਨਕ ਸਮਾਂ ਸੀ। ਚਾਲਾਂ ਚੱਲੀਆਂ ਗਈਆਂ, ਬੜੇ ਤਰੀਕਿਆਂ ਦੇ ਨਾਲ ਜਿਹੜਾ ਸਿੱਖ ਕੌਮ ਨੂੰ ਮਾਰਿਆ ਗਿਆ। ਅੱਜ ਉਹ ਗੱਲ ਵੱਖਰੀ। ਅੱਜ ਤੁਸੀਂ ਦੇਖੋਗੇ ਵੀ ਸਿਰ ਤੇ ਦਸਤਾਰ ਸਜਾਉਣ ਵਾਲਾ ਵੀ ਜਿਹੜਾ ਆ, ਮੈਂ ਦੇਖ ਰਿਹਾ ਸਵੇਰ ਦਾ ਫੇਸਬੁੱਕ ਤੇ ਵੀ ਵਧਾਈਆਂ ਜਿਹੜੀਆਂ ਦੇ ਰਿਹਾ ਵਾ। ਮਾਨਸਿਕ ਤੌਰ ਤੇ ਜਿਹੜਾ ਆ ਨਾ, ਮੁੱਖ ਤੌਰ ਤੇ ਸਿਆਸੀ ਆਜ਼ਾਦੀ ਨੂੰ ਜਿਹੜਾ ਹੈ ਇਹ ਆਜ਼ਾਦੀ ਮੰਨਦੇ ਨੇ, ਪਰ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਆਪਾਂ ਸਾਰੇ ਸਮਝਦੇ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੁਰਬਾਣੀ ਤੋਂ ਸੇਧ ਲੈ ਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਅਸੀਂ ਆਉਣ ਵਾਲੇ ਸਮੇਂ 'ਚ ਆਪ ਵੀ ਸੁਚੇਤ ਹੋਈਏ, ਆਪਣੇ ਬੱਚਿਆਂ ਨੂੰ ਵੀ ਸੁਚੇਤ ਕਰੀਏ ਕਿ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਮਾਨਸਿਕ ਤੌਰ ਤੇ ਆਪਾਂ ਕਿੱਦਾਂ ਆਜ਼ਾਦ ਹੋਣਾ ਹੈ। ਇਹ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਬਾਣੀ ਜੀ, ਪਾਵਨ ਬਾਣੀ ਤੋਂ ਜਿਹੜਾ ਸਾਨੂੰ ਇਹ ਮੈਸੇਜ ਮਿਲਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ ਹੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ, ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਜ਼ੁਲਮ ਦੇ ਖਿਲਾਫ ਜਿਹੜੀ ਹੈ ਉਹ ਜੰਗ ਲੜੀ ਹੈ। ਲੋਕਾਂ ਨੂੰ ਜਿੱਥੇ ਦੁਨਿਆਵੀ ਤੌਰ ਤੇ ਆਜ਼ਾਦ ਕਰਵਾਇਆ, ਉੱਥੇ ਧਾਰਮਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ, ਮਾਨਸਿਕ ਤੌਰ ਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਮਨੁੱਖਤਾ ਨੂੰ ਇਹੀ ਮੈਸੇਜ ਦਿੱਤਾ ਹੈ। ਜਿਵੇਂ ਆਪਾਂ ਗੁਰਬਾਣੀ ਵਿੱਚੋਂ ਵੀ ਬਹੁਤ ਸਾਰੇ ਸ਼ਬਦ ਪੜ੍ਹਦੇ ਹਾਂ, ਜਾਂ ਡਰ ਦੀ ਗੱਲ ਕੀਤੀ ਹੈ ਵੀ ਭੈ ਕਾਹੂ ਕੋ ਦੇ ਤੇ ਨਹਿ ਭੈ ਮਾਨ ਤੇ ਆਣ, ਜਾਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਸਾਨੂੰ ਗੁਰਬਾਣੀ ਵਿੱਚੋਂ ਮਿਲ ਜਾਂਦੀਆਂ ਨੇ। ਸੋ ਕਹਿਣ ਤੋਂ ਭਾਵ ਇਹ ਹੈ ਵੀ ਆਪਾਂ ਗੁਰਬਾਣੀ ਤੋਂ ਮੈਸੇਜ ਇਹੀ ਹੈ ਅੱਜ ਦੀ ਇਸ ਵੀਡੀਓ ਦਾ ਕਿ ਜਿੱਥੇ ਅਸੀਂ, ਕਿਉਂਕਿ ਨਾ ਮਾਨਸਿਕ ਤੌਰ ਉੱਤੇ ਗੁਲਾਮ ਜਿਹੜਾ ਆ ਅੱਜ ਵੀ ਬਣਾਇਆ ਜਾ ਰਿਹਾ। ਧਾਰਮਿਕ ਲੋਕ ਜਿਹੜੇ ਨੇ ਅੱਜ ਤੁਸੀਂ ਵੇਖੋਗੇ ਬਹੁਤ ਸਾਰੇ ਲੋਕ ਵਹਿਮਾਂ ਭਰਮਾਂ ਪਖੰਡਾਂ ਦਾ ਸ਼ਿਕਾਰ ਹੋ ਕੇ ਤੇ ਆਪਣੇ ਘਰ ਨੂੰ ਜਿਹੜਾ ਉਹ ਆਪ ਹੀ ਬਰਬਾਦ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਿਹੜਾ ਹੈ ਇਹਨਾਂ ਚੀਜ਼ਾਂ ਤੋਂ ਬਚਾਇਆ ਹੈ। ਆਓ ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਸੇਧ ਲੈ ਕੇ ਮਾਨਸਿਕ ਤੌਰ ਤੇ ਕਿਵੇਂ ਆਜ਼ਾਦ ਹੋਣਾ, ਦੁਨਿਆਵੀ ਤੌਰ ਤੇ ਜਿਹੜਾ ਹੈ ਰਾਜਨੀਤਿਕ ਲੋਕ ਜਿਹੜੇ ਨੇ ਆਪੋ ਆਪਣੇ ਡੰਡਾ ਵਜਾ ਰਹੇ ਨੇ, ਆਪੋ ਆਪਣੇ ਤਰੀਕਿਆਂ ਦੇ ਨਾਲ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਸੋਹਣੇ ਤਰੀਕੇ ਦੇ ਨਾਲ ਸੋਹਣੀ ਜ਼ਿੰਦਗੀ ਕਿਵੇਂ ਜਿਉਣੀ ਹੈ, ਮਾਨਸਿਕ ਤੌਰ ਤੇ ਕਿਵੇਂ ਆਜ਼ਾਦ ਹੋਣਾ ਹੈ, ਇਹ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਜਿਹੜਾ ਹੈ ਉਹ ਸਿੱਖਣਾ ਹੈ। ਅੱਜ ਦਾ ਜਿਹੜਾ ਹੈ ਇਹ ਵਿਸ਼ਾ ਸੀ ਜੋ ਸਾਡਾ ਭਾਰਤ ਦੀ ਆਜ਼ਾਦੀ ਅਤੇ ਸਿੱਖ ਮਾਨਸਿਕਤਾ। ਮੈਂ ਕੁਝ ਕੁ ਅੰਕੜੇ ਤੁਹਾਡੇ ਨਾਲ ਜਿਹੜੇ ਨੂੰ ਸਾਂਝੇ ਕੀਤੇ ਨੇ। ਵੀ ਸਤਵਿੰਦਰ ਸਿੰਘ ਜੀ ਹੋਰਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਆਪ ਸਾਰੀਆਂ ਸੰਗਤਾਂ ਨੂੰ ਸਮਝਾਉਣ ਦਾ ਇੱਕ ਯਤਨ ਕੀਤਾ ਹੈ ਕਿ ਆਜ਼ਾਦੀ ਕੀ ਹੈ ਤੇ ਆਜ਼ਾਦ ਆਪਾਂ ਕਿਵੇਂ ਹੋਣਾ ਹੈ। ਸੋ ਇੰਨੀਆਂ ਕਿ ਵਿਚਾਰਾਂ ਕਰਦੇ ਹੋਏ ਅਸੀਂ ਖਿਮਾ ਦੇ ਜਾਚਕ ਹਾਂ। ਨੈਕਸਟ ਟਾਈਮ ਆਉਣ ਵਾਲੇ ਸਮੇਂ ਵਿੱਚ ਇਸੇ ਤਰੀਕੇ ਦੇ ਨਾਲ ਆਪ ਸਾਰਿਆਂ ਦੇ ਨਾਲ ਜਿਹੜੀਆਂ ਨੇ ਉਹ ਵਿਚਾਰਾਂ ਗੁਰਮਤ ਐਜੂਕੇਸ਼ਨ ਸੁਸਾਇਟੀ ਵੱਲੋਂ, ਜਿੱਥੇ ਦੁਨਿਆਵੀ ਪੜ੍ਹਾਈ ਉੱਤੇ ਬੱਚਿਆਂ ਦੀਆਂ ਫੀਸਾਂ
ਜਾਂ ਸਮਾਜ ਸੁਧਾਰਕ ਕੰਮ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਪਿੰਡਾਂ ਵਿੱਚ ਸਕੂਲਾਂ ਵਿੱਚ ਕੀਤਾ ਜਾ ਰਿਹਾ ਸੀ। ਤੇ ਲੋਕਡਾਊਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਬਹੁਤ ਸਾਰੇ ਆਨਲਾਈਨ ਕੰਪੀਟੀਸ਼ਨ ਕਰਵਾਏ ਗਏ ਸੀ ਤੇ ਬਹੁਤ ਸਾਰੇ ਬੱਚਿਆਂ ਨੇ ਜਿਹੜਾ ਹੈ ਬੜੇ ਵੱਡੇ ਲੈਵਲ ਤੇ ਭਾਗ ਲਿਆ ਸੀ। ਤੇ ਸਾਡੀ ਇੱਕ ਕੋਸ਼ਿਸ਼ ਹੈ ਵੀ ਜਿੱਥੇ ਅਸੀਂ ਦੁਨਿਆਵੀ ਐਜੂਕੇਸ਼ਨ ਉੱਤੇ ਕੰਮ ਕਰਾਂਗੇ ਉੱਥੇ ਬੱਚਿਆਂ ਨੂੰ ਗੁਰਮਤਿ ਦੀ ਜਿਹੜੀ ਸਿੱਖਿਆ ਹੈ, ਬਾਣੀ ਦੀ ਸਿੱਖਿਆ ਹੈ, ਉਹ ਵੀ ਦੇਣ ਦਾ ਅਸੀਂ ਯਤਨ ਕਰ ਰਹੇ ਹਾਂ। ਤਾਂ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਤੇ ਮੇਰਾ ਵੀਰ ਸਤਵਿੰਦਰ ਸਿੰਘ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਆਪਾਂ ਕੁਝ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਫਿਰ ਬਹੁਤ ਜਲਦੀ ਹਾਜ਼ਰ ਹੋਵਾਂਗੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ